ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 100 ਸਾਖੀ ਦੇ ਵਿੱਚੋਂ ਅਸੀਂ ਸਰਵਣ ਕਰਾਂਗੇ ਬਹੁਤ ਵੱਡੇ ਸਵਾਲ ਦਾ ਜਵਾਬ, ਜਿਹਦਾ ਜਵਾਬ ਅਸੀਂ ਬਹੁਤ ਸਮੇਂ ਤੋਂ ਲੱਭਦੇ ਆ ਰਹੇ ਹਾਂ ਕਿ ਖਾਲਸਾ ਰਾਜ ਕਦੋਂ ਹੋਵੇਗਾ ਤੇ ਜੇ ਹੋਵੇਗਾ ਕੌਣ ਹੋਵੇਗਾ ਜਿਹੜਾ ਇਹਨੂੰ ਉਸਾਰੇਗਾ। ਖਾਲਸੇ ਰਾਜ ਦਾ ਉਸਾਰੀਆ ਕੌਣ ਹੋਵੇਗਾ। ਜਿਵੇਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਹੋਏ ਆ ਤੇ ਭਵਿੱਖਬਾਣੀ ਵਿੱਚ ਮਹਾਰਾਜ ਜੀ ਨੇ ਕੀ ਕਿਹਾ ਸੀ, 100 ਸਾਖੀ ਦੇ ਵਿੱਚ ਸਭ ਕੁਝ ਦਰਜ ਆ। ਉਹ ਕੌਣ ਹੋਵੇਗਾ ਜਿਹੜਾ ਖਾਲਸਾ ਨਿਸ਼ਾਨ ਦਿੱਲੀ ਦੇ ਤਖਤ ਉੱਪਰ ਚਲਾਵੇਗਾ ਤੇ ਸਾਰੇ ਜਾਣੇ ਕਿਵੇਂ ਖੁਆਰ ਹੋਏ ਫਿਰ ਮਿਲਣਗੇ। ਸਾਰੀ ਕਥਾ ਆਪ ਇਸ ਗ੍ਰੰਥ ਦੇ ਵਿੱਚੋਂ ਹੁਣ ਸਰਵਣ ਕਰੋਗੇ। ਆਓ ਜੀ, ਬਿਨਾਂ ਕਿਸੇ ਦੇਰ ਤੋਂ ਮਨ ਤੇ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਸੱਚੇ ਪਾਤਸ਼ਾਹ ਜੀ ਦਾ ਚਰਨਾਂ ਦਾ ਧਿਆਨ ਧਰ ਕੇ ਇਹ ਵਾਲੀ ਕਥਾ ਜਿਹੜੀ ਆਪਾਂ ਸਰਵਣ ਕਰਦੇ ਹਾਂ ਜੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਨੂੰ ਸੰਗਤਾਂ ਨੇ ਸਵਾਲ ਪੁੱਛੇ ਸੀ। ਮਹਾਰਾਜ ਜੀ ਕਹਿਣ ਲੱਗੇ, ਕਲਗੀਧਰ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਆ ਮਹਾਰਾਜ। ਇਹ ਸਾਰੀਆਂ ਭਵਿੱਖ ਦੀਆਂ ਸਾਖੀਆਂ, ਆਉਣ ਵਾਲੇ ਸਮੇਂ ਦਾ ਹਾਲ ਮਹਾਰਾਜ ਜੀ ਨੇ ਦੱਸਿਆ। ਜਦੋਂ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਜੋਤੀ ਜੋਤ ਸਮਾ ਜਾਵਾਂਗੇ, ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦਾ ਹਾਲ ਕੀ ਹੋਵੇਗਾ। ਗੁਰੂ ਮਹਾਰਾਜ ਨੇ ਬਚਨ ਕੀਤੇ, ਛੋੜ ਕਲੇਵਰ ਵਰਖ ਤ੍ਰੈ ਤਾਲੀ, ਝਾੜ ਝਾੜ ਕੇ ਸੰਗ ਸੰਘਾਲੀ, ਮਾਰਤ ਕੂਟਤ ਮਰੈ ਮਰਾਵੇਂ, ਸੀਸ ਅੰਤ ਗਿਣਤੀ ਨਹੀਂ ਆਵੇਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਸਾਨੂੰ ਭਾਣਾ ਵਰਤਾਏ ਨੂੰ 43 ਸਾਲ ਹੋ ਜਾਣਗੇ, ਉਸ ਤੋਂ ਬਾਅਦ ਸਿੰਘਾਂ ਨੂੰ ਲੁਕ ਕੇ ਰਹਿਣਾ ਪਵੇਗਾ। ਇਹ ਅਸੀਂ ਜਾਣਦੇ ਹਾਂ, ਸਿੰਘ ਜੰਗਲ ਵੇਲੇ ਰਹੇ ਆ ਤੇ ਉਹਨਾਂ ਤੇ ਐਸਾ ਸਮਾਂ ਆ ਗਿਆ, ਜ਼ਕਰੀਆ ਖਾਨ ਵਰਗਿਆਂ ਨੇ ਤੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਆ। ਤੇ ਮਹਾਰਾਜ ਜੀ ਨੇ ਇਹ ਵੀ ਲਿਖਿਆ, ਕਾਹਨੂੰਵਾਨ ਦੇ ਛੰਭ ਵਿੱਚ ਤੇ ਬੀਕਾਨੇਰ ਦੀ ਜੂਹ ਵਿੱਚ ਸਿੰਘਾਂ ਨੇ ਲੁਕ ਛਿਪ ਕੇ ਜਿਹੜਾ ਗੁਜ਼ਾਰਾ ਕੀਤਾ। ਮਹਾਰਾਜ ਨੇ ਫਿਰ ਇਸ ਤਰ੍ਹਾਂ ਲਿਖਿਆ, ਫਿਰ ਸਿੰਘ ਛਾਪੇ ਮਾਰਨਗੇ, ਮੂਰਖਾਂ ਨੂੰ, ਇਹਨਾਂ ਲਟੇਰਿਆਂ ਨੂੰ, ਜਿਹੜੇ ਜ਼ਾਲਮ ਹਨ ਉਹਨਾਂ ਨੂੰ ਕੁੱਟਣਗੇ, ਬਹੁਤ ਸਾਰਿਆਂ ਨੂੰ ਮਾਰਨਗੇ, ਆਪ ਵੀ ਸ਼ਹੀਦ ਹੋ ਜਾਣਗੇ। ਜਿਵੇਂ ਆਪਾਂ ਜਾਣਦੇ ਹਾਂ ਕਿ ਘੱਲੂ ਘਾਰੇ ਹੋਏ ਸਿੰਘ ਸ਼ਹੀਦੀਆਂ ਪਾ ਗਏ ਆ, ਲਾਹੌਰ ਦੇ ਵਿੱਚ ਕਤਲ ਕੀਤੇ ਗਏ, ਚਰਖੜੀਆਂ ਤੇ ਚੜ੍ਹੇ ਸਿੰਘ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਲਾਹੌਰ ਵਿਖੇ ਇਹ ਸ਼ਹਾਦਤ ਦੀ ਗਵਾਹੀ ਭਰਦਾ। ਮਹਾਰਾਜ ਕਹਿੰਦੇ ਇੰਨੇ ਸਿੰਘ ਸ਼ਹੀਦ ਹੋਣਗੇ, ਅੰਤ ਨਹੀਂ ਆਵੇਗਾ, ਅਣਗਿਣਤ ਹੋਣਗੇ। ਕਦੇ ਉਹ ਵੀ ਸਮਾਂ ਹੁੰਦਾ ਸੀ ਗੁਰੂ ਪਿਆਰਿਓ, ਜਦੋਂ ਇੱਕ ਸਿੱਖ ਦੇ ਇੱਕ ਸਿਰ ਦਾ ਮੁੱਲ ਉਹਨਾਂ ਜ਼ਮਾਨਿਆਂ ਵਿੱਚ 40 ਰੁਪਏ ਹੁੰਦਾ ਸੀ। ਹੁਣ ਗੁਰੂ ਸਾਹਿਬ ਜੀ ਥੋੜਾ ਜਿਹਾ ਜ਼ਿਕਰ ਵੀਰ ਬੰਦਾ ਸਿੰਘ ਬਹਾਦਰ ਜੀ ਵੱਲ, ਬਾਬਾ ਜੀ ਵੱਲ ਕਰਦੇ ਆ ਕਿ ਸਾਡੇ ਵਕਤ ਦੇ ਵਿੱਚ ਵੀ ਭੀਮ ਵਰਗਾ ਬਹੁਤ ਬਲੀ ਯੋਧਾ ਹੋਵੇਗਾ ਜੋ ਪੰਜਾਬ ਦੀ ਧਰਤੀ ਵੱਲ ਆਵੇਗਾ। ਜ਼ਮੀਨਾਂ ਜਿਹੜੀਆਂ ਖੋਹੀਆਂ ਹੋਈਆਂ ਕਿਸਾਨਾਂ ਤੋਂ, ਉਹਨਾਂ ਦੇ ਹੱਕ ਉਹਨਾਂ ਨੂੰ ਦੇਵੇਗਾ ਲੈ ਕੇ। ਬਾਬਾ ਬੰਦਾ ਸਿੰਘ ਬਹਾਦਰ ਜੀ, ਉਹਨਾਂ ਦਾ ਜ਼ਿਕਰ ਕਰਨ ਤੋਂ ਬਾਅਦ ਫਿਰ 100 ਸਾਖੀ ਦੇ ਵਿੱਚ 10ਵੇਂ ਪਾਤਸ਼ਾਹ ਜੀ ਮਹਾਰਾਜਾ ਦਲੀਪ ਸਿੰਘ ਦੀ ਗ੍ਰਿਫਤਾਰੀ ਬਾਰੇ ਦੱਸਦੇ ਆ, ਜਿਹੜੀ 1849 ਈਸਵੀ ਦੇ ਮੁਤਾਬਕ ਤੇ 1906 ਬਿਕਰਮੀ ਸੰਮਤ ਵਿੱਚ ਹੋਈ ਆ। ਫਿਰ ਖਾਲਸੇ ਰਾਜ ਦਾ ਜਦੋਂ ਕੀਰਤਨ ਸੋਹਿਲਾ ਪੜ੍ਹਿਆ ਗਿਆ, ਉਹਦੇ ਬਾਰੇ ਵੀ ਮਹਾਰਾਜ ਜੀ ਨੇ ਜ਼ਿਕਰ ਕੀਤਾ, ਮਾਰ ਕੂਟ ਪੂਰਬ ਤੇ ਆਵੇ, ਸੈਨ ਪਿਆਦੀ ਈਸੇ ਆਵੇ। ਮਹਾਰਾਜ ਕਹਿੰਦੇ ਪੂਰਬ ਤੋਂ ਫੌਜ ਆਊਗੀ, ਈਸੇ ਦੀ ਉਮਤ ਅੰਗਰੇਜ਼ ਦੀ ਫੌਜ ਆਵੇਗੀ, ਪੈਦਲ ਫੌਜ ਆਵੇਗੀ, ਮਿਲੇ ਖਾਲਸਾ ਆਪਣ ਫੂਟ, ਖਾਲਸੇ ਦੇ ਵਿੱਚ ਫੁੱਟ ਪੜ ਜਾਵੇਗੀ ਤੇ ਫਰੰਗੀ ਜਿਹੜੇ ਆ ਨਾ ਉਹ ਫਾਇਦਾ ਚੁੱਕਣਗੇ, ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਣਗੇ ਤੇ ਤਾਬੇਦਾਰ ਹੋ ਜਾਣਗੇ ਫਰੰਗੀ। ਨਰ ਨਾਰੀਓ ਮੈਂ ਨਾ ਇਤਫਾਕੀ, ਖਾਲਸੇ ਦੇ ਵਿੱਚ ਜਿਹੜੀ ਫੁੱਟ ਪੈ ਜਾਏਗੀ ਉਹਦਾ ਫਾਇਦਾ ਦੂਜੀ ਧਿਰਾਂ ਚੁੱਕ ਜਾਣਗੀਆਂ। ਆਪਾਂ ਅੱਜ ਵੀ ਜਾਣਦੇ ਹਾਂ, ਆਪਾਂ ਇਕੱਠੇ ਨਹੀਂ ਹੁੰਦੇ, ਸਾਨੂੰ ਮੁੜ ਮੁੜ ਕੇ ਕੁੱਟ ਖਾਣੀ ਪੈਂਦੀ ਆ, ਕਦੇ ਮੋਰਚਿਆਂ 'ਚ ਜਾਂਦੇ, ਕਦੇ ਕਿਵੇਂ ਕਰਦੇ ਆ। ਤਾਂ ਰਹੋ ਵਿਚਾਰ, ਅੱਜ ਦਾ ਵਿਸ਼ਾ ਆਪਣਾ ਇਹ ਆ ਵੀ ਆਉਣ ਵਾਲੇ ਖਾਲਸੇ ਰਾਜ ਦਾ ਕੌਣ ਮੁਖੀ ਹੋਵੇਗਾ, ਕੌਣ ਸਾਡਾ ਜਥੇਦਾਰ ਹੋਵੇਗਾ, ਕੌਣ ਸਾਡੀ ਅਗਵਾਈ ਕਰੇਗਾ। ਮਹਾਰਾਜ ਕਹਿੰਦੇ ਐਸਾ ਸਮਾਂ ਆ ਜਾਵੇਗਾ, ਸ਼ਸਤਰ ਛੋੜ ਵਿਪਰਨ ਕੀ ਰੀਤ, ਜਾਂ ਬਿਦ ਬਣੇ ਗਏ ਤੇ 30, ਖਾਲਸੇ ਕੋਲੋਂ ਉਹਦੇ ਹਥਿਆਰ ਖੋਏ ਜਾਣਗੇ, ਬ੍ਰਾਹਮਣਾਂ ਜੈਸੇ ਹੋ ਜਾਣਗੇ। ਐਸਾ ਸਮਾਂ ਆ ਜਾਏਗਾ ਤੇ ਐਸਾ ਸਮਾਂ ਆਇਆ ਹੀ ਆ। ਆਪਾਂ ਪੜ੍ਹੀਏ, ਫਰੰਗੀਆਂ ਨੇ ਦੇਸ਼ ਵਿੱਚ ਢੰਡੋਰਾ ਦਿੱਤਾ
ਜੋ ਇਸ ਦਰਬਾਰ ਵਿੱਚ ਖਾਲਸਾ ਆਪਣੀ ਤਲਵਾਰ ਰੱਖ ਦੇਵੇਗਾ ਉਹਦੀ ਜਾਨ ਬਖਸ਼ੀ ਜਾਵੇਗੀ। ਇਹ ਬਾਬਾ ਤੇਗਾ ਸਿੰਘ ਜੀ ਦੀ ਕਿਤਾਬ ਪੜ੍ਹੋ, ਉਹਦੇ ਵਿੱਚ ਜੋ ਕਿ ਮਾਸਟਰ ਤਾਰਾ ਸਿੰਘ ਜੀ ਦੀ ਰਚਿਤ ਆ, ਉਹਦੇ ਵਿੱਚ ਲਿਖਿਆ ਗੁਜਰਾਤ ਦੀ ਜੰਗ ਦੇ ਪਿੱਛੋਂ ਜਿਹੜੀ ਕਿ ਅੰਗਰੇਜ਼ਾਂ ਤੇ ਸਿੱਖਾਂ ਵਿੱਚ ਹੋਈ ਆ, ਰਾਵਲਪਿੰਡੀ 'ਚ ਇੱਕ ਦਰਬਾਰ ਹੋਇਆ। ਉਹਦੇ ਵਿੱਚ ਫਰੰਗੀਆਂ ਨੇ ਗੱਲ ਕਹੀ ਸੀ ਇਹ ਵੀ ਜਿਹੜਾ ਵੀ ਆਪਦੀ ਤਲਵਾਰ ਇੱਥੇ ਰੱਖੂਗਾ ਉਹਨੂੰ ਬਖਸ਼ ਦਿਆਂਗੇ, ਦੂਜਿਆਂ ਨੂੰ ਮਾਰ ਦਿਆਂਗੇ। ਭਾਵ ਸ਼ਸਤਰ ਜਿਹਦੇ ਕੋਲ ਹੋਣਗੇ ਉਹਨੂੰ ਕਤਲ ਕਰ ਦਿੱਤਾ ਜਾਵੇਗਾ। ਉੱਥੇ ਤਲਵਾਰਾਂ ਦੇ ਢੇਰਾਂ ਦੇ ਢੇਰ ਲੱਗ ਗਏ। ਖਾਲਸੇ ਕੋਲੋਂ ਸ਼ਸਤਰ ਖੋਏ ਗਏ ਤਾਂ ਇੱਦਾਂ ਬਹਾਦਰ ਪੁਣੇ ਤੋਂ ਕਈਆਂ ਦਾ ਕਾਇਰਾਂ ਵਿੱਚ ਨਾਮ ਦਾਖਲ ਹੋ ਗਿਆ ਸੀਗਾ। 10ਵੇਂ ਪਾਤਸ਼ਾਹ ਜੀ ਆਨੰਦਪੁਰ ਵਿੱਚ ਕਹਿੰਦੇ ਆ, 7 ਵਰਸ਼ ਕਾਹਲ ਮਮ ਪੰਥ, ਮੇਰਾ ਪੰਥ 100 ਸਾਲ ਤੱਕ ਕਾਹਲੀ ਸੁਸਤੀ ਦੇ ਨਾਲ ਬਤੀਤ ਜਾ ਕਰੇਗਾ ਆਪਦਾ ਸਮਾਂ। ਮੇਰੇ ਧਰਮ ਦੀਆਂ ਇਸਤਰੀਆਂ ਆਪਣੇ ਧਰਮ ਤੋਂ ਬੇਮੁਖ ਹੋ ਜਾਣਗੀਆਂ। ਅੱਜ ਆਪਾਂ ਵੇਖਦੇ ਹਾਂ ਬੀਬੀਆਂ ਵਿਖਾਵੇ ਲਈ ਬੜਾ ਕੁਝ ਕਰਦੀਆਂ ਨੇ। ਕੌਣ ਅੰਮ੍ਰਿਤ ਛਕਦਾ? ਜੋ ਛਕਦੇ ਆ ਤੇ ਉਹ ਪੂਰੀ ਰਹਿਤ ਮਰਿਆਦਾ ਦੇ ਵਿੱਚ ਨਹੀਂ ਰਹਿ ਰਹੇ। ਤਾਂ ਮਹਾਰਾਜ ਨੇ ਕਿਹਾ ਵੀ 100 ਸਾਲ ਖਾਲਸਾ ਇੱਦਾਂ ਡੋਲੇਗਾ। ਮੇਰੀਆਂ ਇਹ ਗੱਲਾਂ ਸੁਣ ਕੇ ਨਿਰਾਸ਼ ਨਾ ਹੋ ਜਾਣਾ। ਅੱਗੇ ਮਹਾਰਾਜ ਨੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਲਿਖੀ ਹੋਈ ਆ। ਇੱਥੇ ਨਾ ਕਹਿ ਦੇਣਾ ਭਾਈ ਸਾਹਿਬ ਜੀ ਤੁਸੀਂ ਢਹਿੰਦੀ ਕਲਾ ਵਿੱਚ ਕਹਿ ਰਹੇ ਹੋ ਗੱਲ। ਢਹਿੰਦੀ ਕਲਾ ਵਿੱਚ ਨਹੀਂ ਕਹਿ ਰਹੇ। ਜੋ ਮਹਾਰਾਜ ਜੀ ਨੇ ਦੱਸਿਆ ਨਾ ਆਉਣ ਵਾਲੇ ਸਮੇਂ ਵਿੱਚ ਚੜ੍ਹਦੀ ਕਲਾ ਵੀ ਹੋਊਗੀ। ਝੂਲ ਤੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ, ਮਹਾਰਾਜ ਜੀ ਦਾ ਨਿਸ਼ਾਨ, ਗੁਰੂ ਸਾਹਿਬ ਜੀ ਦਾ ਇਹ ਸਭ ਕੁਝ ਜੋ ਮਰਿਆਦਾ ਚੜ੍ਹਦੀ ਕਲਾ 'ਚ ਵੀ ਹੋਣੀ ਆ। ਪਰ ਅੱਜ ਦੇ ਹਾਲਾਤ ਕੀ ਕਹਿੰਦੇ ਆ ਉਹਦੇ ਬਾਰੇ ਮਹਾਰਾਜ ਲਿਖਦੇ, ਤਾਵੇ ਬਿਧ ਐਸੀ ਬਣੇ ਆਵੇ, ਸਿੰਘ ਭੂਪਤ ਕੋ ਰਹਿਣ ਨਾ ਪਾਵੇ। ਉਦੋਂ ਫਿਰ ਡਿੱਗਦੇ ਡਿੱਗਦੇ ਇੱਥੋਂ ਤੱਕ ਨੌਬਤ ਆ ਜਾਵੇਗੀ, ਕੋਈ ਵੀ ਖੁਦ ਮੁਖਤਾਰ ਸਿੱਖ ਰਾਜਾ ਨਹੀਂ ਹੋਵੇਗਾ। ਅੱਜ ਕੱਲ੍ਹ ਇਹੀ ਚੀਜ਼ ਆ ਵੀ ਸਿੱਖਾਂ ਦਾ ਕੋਈ ਰਾਜਾ ਨਹੀਂ ਹੋਵੇਗਾ। ਵਣਜਾਰਾ ਇੱਕ ਮੇਰਾ ਸਿੱਖ, ਧਰਮ ਹੇਤ ਫਿਰਤਾ ਵਸਮਿਕ। ਮਹਾਰਾਜ ਕਹਿੰਦੇ ਇੱਕ ਖਰੀਦਦਾਰ ਹੋਊਗਾ, ਮੇਰਾ ਸਿੱਖ ਹੋਊਗਾ, ਉਹ ਆਊਗਾ ਧਰਮ ਦੇ ਵਾਸਤੇ ਤੇ ਬਹੁਤ ਉਦਮ ਕਰੇਗਾ। ਭਾਵ ਕਿ ਵਪਾਰ ਕਰਨ ਤਰ੍ਹਾਂ ਉਹ ਆਵੇਗਾ ਤੇ ਉਹ ਧਰਮ ਜਿਹੜਾ ਹੈ ਉਹਨੂੰ ਅੱਗੇ ਵਧਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਨਗਰ ਦੇ ਵਿੱਚ ਫੁੱਟ ਪਈ ਹੋਊਗੀ, ਘਰਾਂ ਘਰਾਂ ਵਿੱਚ ਕੰਧਾਂ ਨਿਕਲੀਆਂ ਹੋਣਗੀਆਂ। ਜਦੋਂ ਖਾਲਸਾ ਰਾਜ ਦਾ ਕੋਈ ਰਾਜਾ ਨਹੀਂ ਹੋਵੇਗਾ, ਜਦੋਂ ਨਗਰਾਂ ਨਗਰਾਂ ਵਿੱਚ ਲੜਾਈ ਹੋ ਰਹੀ ਹੋਵੇਗੀ, ਜਦੋਂ ਮੋਰਚੇ ਲੱਗ ਰਹੇ ਹੋਣਗੇ, ਜਦੋਂ ਘਰ ਘਰ ਦੇ ਵਿੱਚ ਕਿਲਾ ਬਣ ਜਾਵੇਗਾ, ਫਸਾਦ ਖੜੇ ਹੋ ਜਾਣਗੇ, ਉਦੋਂ ਕੀ ਹੋਵੇਗਾ? 12 ਬਰਸ ਕਛ ਜਾਨਾ ਨਾਹੀਂ, ਦਲੀਪ ਸਿੰਘ ਜਨਮਤ ਭਇਆ ਸਾਈ। ਉਦੋਂ ਇਹ ਗੱਲ ਜਿਹੜੀ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਐਸਾ ਸਮਾਂ ਆਵੇਗਾ ਕਿ ਦਲੀਪ ਸਿੰਘ ਦੁਬਾਰਾ ਜਨਮ ਲਵੇਗਾ। ਮਹਾਰਾਜਾ ਦਲੀਪ ਸਿੰਘ ਦੇ ਬਾਰੇ, ਜਿਨ੍ਹਾਂ ਨੂੰ ਈਸਾਈ ਬਣਾਇਆ ਗਿਆ, ਜਿਨ੍ਹਾਂ ਦੇ ਅੰਦਰ ਜਦੋਂ ਉਹਨਾਂ ਨੂੰ ਪਤਾ ਲੱਗਾ ਮੈਂ ਕੌਣ ਆ, ਤੇ ਉਹਨਾਂ ਨੇ ਫਿਰ ਸਿੱਖ ਕੌਮ ਪ੍ਰਤੀ ਦਰਦ ਵੀ ਰੱਖਿਆ, ਪਰ ਗੋਰਿਆਂ ਨੇ ਉਹਨਾਂ ਨੂੰ ਇੱਧਰ ਆਉਣ ਨਹੀਂ ਦਿੱਤਾ। ਦੁਬਾਰਾ ਜਨਮ ਲਵੇਗਾ, ਦੂਜਾ ਜਨਮ ਹੋਵੇਗਾ ਦਲੀਪ ਸਿੰਘ ਦਾ, ਤੇ ਉਹ ਮੁਲਕਾਂ ਦਾ ਮਾਲਕ ਹੋ ਜਾਵੇਗਾ। ਗੁਪਤ ਪੱਖ ਮੈਂ 20 ਤਬ ਕਰੂੰ, ਏਕ 20 ਵਰਖਨ ਲਗ ਲਰੂ। ਮਹਾਰਾਜ ਕਹਿੰਦੇ ਭਾਈ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ, ਜਦੋਂ ਮਹਾਰਾਜਾ ਦਲੀਪ ਸਿੰਘ ਦੁਬਾਰਾ ਜਨਮ ਲੈਣਗੇ ਨਾ ਦਲੀਪ ਬਣ ਕੇ ਹੀ, ਤੇ ਮੈਂ ਉਹਨਾਂ ਦੀ ਮਦਦ ਕਰੂੰਗਾ। ਦੇਖੋ ਭਾਈ ਇੱਥੇ ਕਿਹਾ ਗਿਆ ਕਿ ਏਕ ਨਾਮ ਕਾ ਖਰੀਦਦਾਰ, ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਹੋਊਗਾ। ਭਾਵ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਆ ਸਕਦਾ, ਤੇ ਇੱਕ ਨਾਮ ਦੇ ਵਪਾਰੀ ਤਾਂ ਹੁੰਦੇ ਹੀ ਆ ਖਾਲਸਾ ਰਾਜ ਦੇ, ਉਹ ਸਾਰੀਏ ਆਪਾਂ ਜਾਣਦੇ ਹੀ ਆ। ਨਾਮ ਤੋਂ ਬਿਨਾਂ ਤਾਂ ਇਹ ਗੱਦੀ ਮਿਲ ਹੀ ਨਹੀਂ ਸਕਦੀ। ਜਿਹੜੇ ਅੱਜ ਵੀ ਰਾਜੇ ਬਣੇ ਹੋਏ ਆ, ਇਹਨਾਂ ਦਾ ਪੁਰਾਣਾ ਕੋਈ ਤਪ ਹੁੰਦਾ, ਪਰ ਇਹ ਗਲਤ ਕੰਮ ਕਰਦੇ ਆ। ਤਪ ਤੋਂ ਰਾਜ ਮਿਲਦਾ, ਰਾਜ ਤੋਂ ਨਰਕ ਮਿਲਦਾ ਫਿਰ ਇਹਨਾਂ ਨੂੰ। ਗੁਰਮੁਖ ਪਿਆਰਿਓ, ਜੇ ਅੱਜ ਸਧਾਰਨ ਜੇ ਬੰਦੇ ਜਿਨ੍ਹਾਂ ਦੀ ਕੋਈ ਬਾਤ ਨਹੀਂ ਸੀ ਪੁੱਛਦਾ, ਜਿਹੜੇ ਰੁਲਦੇ ਫਿਰਦੇ ਸੀ, ਉਹ ਰਾਜ ਲੈ ਸਕਦੇ ਆ, ਖਾਲਸੇ ਦਾ ਰਾਜ ਕਿਉਂ ਨਹੀਂ ਹੋ ਸਕਦਾ ਜੀ ਦੁਬਾਰਾ? ਗੁਰਮੁਖ ਪਿਆਰਿਓ, ਇਹ ਪ੍ਰਮਾਤਮਾ ਦਾ ਨਿਯਮ ਆ, ਮਰਿਆਦਾ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਰੱਬ ਦੀ ਮਿਹਰ ਹੋ ਜੇ, ਭਿਖਾਰੀ ਬੰਦੇ ਰਾਜ ਕਰਦੇ ਆ। ਤੇ ਗੁਰਮੁਖ ਪਿਆਰਿਓ, ਜੇ ਭਿਖਾਰੀ ਬੰਦੇ ਰਾਜ ਕਰ ਸਕਦੇ ਆ ਤਾਂ ਉਹ ਖਾਲਸਾ ਜਿਹਨੇ ਪਹਿਲਾਂ ਰਾਜ ਕੀਤਾ ਹੋਇਆ, ਜਿਨ੍ਹਾਂ ਕੋਲ ਆਪਣਾ ਨਿਸ਼ਾਨ, ਆਪਣਾ ਗ੍ਰੰਥ ਆ, ਉਹ ਕੌਮ ਜਿਹੜੀ ਆ ਕਿਉਂ ਨਹੀਂ ਰਾਜ ਕਰ ਸਕੇਗੀ ਜੀ ਦੁਬਾਰਾ? ਕਿਵੇਂ ਨਾ ਰਾਜ ਕਰੇਗੀ? ਜ਼ਰੂਰ ਕਰੇਗੀ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇ ਯਕੀਨ ਚਾਹੀਦਾ, ਉਹਦੀ ਕਿਰਪਾ ਚਾਹੀਦੀ ਹੈ, ਸਭ ਕੁਝ ਸੰਭਵ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅੱਗੇ ਦੱਸਦੇ ਆ ਆਉਣ ਵਾਲੇ ਸਮੇਂ ਦਾ ਹਾਲ ਕੀ ਹੋਵੇਗਾ।
ਏਕ ਮਲੇਸ਼ੀ ਬੰਧਨ ਨਾਮਾ, ਪਰਜਾ ਬਰਨ ਮੇਟੇ ਸੁਖ ਧਾਮਾ। ਇੱਕ ਨਾਮ ਦੀ ਤਾਕਤ ਵਾਲਾ ਮਲੇਸ਼ੀ ਬੰਧਨਾਂ ਤੋਂ ਆਜ਼ਾਦ ਕਰਾਵੇਗਾ। ਇਹ ਆਪਾਂ ਬੰਧਨਾਂ ਵਿੱਚ ਹੀ ਅੱਜ, ਇਹ ਸਾਰੇ ਵਿਕਾਰਾਂ ਦੇ ਬੰਧਨਾਂ ਤੋਂ ਸਾਨੂੰ ਆਜ਼ਾਦ ਕਰਵਾਵੇਗਾ। ਸ਼ੰਕਰ ਵਰਨ ਪਰਜਾ ਦਾ ਖਾਤਮਾ ਹੋਗਾ ਮਹਾਰਾਜ ਕਹਿੰਦੇ, ਤੇ ਸੁੱਖ ਦੇ ਧਾਮ ਦੇ ਵਿੱਚ ਵਿਸ਼ਰਾਮ ਹੋਵੇਗਾ। ਪਰਜਾ ਨੂੰ ਵੀ ਸੁੱਖ ਮਿਲੇਗਾ ਜਦੋਂ ਖਾਲਸਾ ਰਾਜ ਹੋਵੇਗਾ। ਇਹ ਨਹੀਂ ਕਿ ਪਰਜਾ ਦੁਖੀ ਹੋ ਜਾਵੇਗੀ। ਜਿਸ ਤਰ੍ਹਾਂ ਅੱਜ ਦੇ ਰਾਜੇ ਆ, ਆਪਾਂ ਵੇਖਦੇ ਆ, ਉਹਨਾਂ ਦੇ ਹੋਣ ਕਰਕੇ ਪਰਜਾ ਨੂੰ ਕੋਈ ਸੁੱਖ ਥੋੜ੍ਹੀ ਆ। ਮਾੜੀਆਂ ਮੋਟੀਆਂ ਸਹੂਲਤਾਂ ਦਿੰਦੇ ਆ, ਮੰਗ ਤੇ ਬਣਾ ਦਿੰਦੇ ਆ ਪਰਜਾ ਨੂੰ। ਆਪਾਂ ਜਾਣਦੇ ਆ ਜਦੋਂ ਖਾਲਸੇ ਦਾ ਰਾਜ ਆਵੇਗਾ ਨਾ, ਉਹ ਯਾਦ ਕਰੋ ਮਹਾਰਾਜਾ ਰਣਜੀਤ ਸਿੰਘ ਦੀ ਉਹ ਸਾਖੀ, ਜਦੋਂ ਦੇਸ਼ ਵਿੱਚ ਕਾਲ ਪੈ ਗਿਆ ਸੀ ਤੇ ਆਪ ਉਹਨਾਂ ਨੇ ਭੰਡਾਰੇ ਖੋਲ੍ਹ ਦਿੱਤੇ ਤੇ ਆਪ ਇੱਕ ਬਜ਼ੁਰਗ ਦੀ ਬੋਰੀ ਚੁੱਕਣ ਵਾਸਤੇ ਅੱਗੇ ਆਏ। ਤੇ ਜਦੋਂ ਬਜ਼ੁਰਗ ਨੇ ਪਛਾਣਿਆ ਕਿ ਤੂੰ ਤਾਂ ਰਣਜੀਤ ਆ, ਤੇ ਉਹਨਾਂ ਆਖਿਆ ਮੈਨੂੰ ਸ਼ਰਮਿੰਦਗੀ ਆ ਵੀ ਤੁਸੀਂ ਸਾਡੇ ਦੇਸ਼ ਦੇ ਰਾਜੇ ਹੋ ਕੇ ਤੇ ਇਹ ਪੰਡ ਚੁੱਕ ਰਹੇ ਹੋ, ਇਹ ਬੋਰੀ ਚੁੱਕ ਰਹੇ ਹੋ, ਭਾਰ ਚੁੱਕ ਰਹੇ ਹੋ। ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਮੈਂ ਤੁਹਾਡਾ ਸੇਵਾਦਾਰ ਹਾਂ, ਮੈਂ ਕੋਈ ਰਾਜਾ ਨਹੀਂ। ਤਾਂ ਜਦੋਂ ਖਾਲਸਾ ਰਾਜ ਆਵੇਗਾ, ਇਹੋ ਜਿਹਾ ਹੀ ਕੋਈ ਮਹਾਰਾਜ ਕਹਿੰਦੇ ਇਹ ਇਨਸਾਨ ਹੋਵੇਗਾ। ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਗਊ ਸਿੰਘ ਕਾ ਬਨੇ ਜੋ ਸੰਗਾ, ਸਹੰਸਰ ਬਰਖ ਬੀਤੇ ਨੇ ਸੰਗਾ। ਗਊ ਤੇ ਸ਼ੇਰ ਨੂੰ ਇਕੱਠੇ ਕਰ ਦੇਵੇਗਾ ਖਾਲਸਾ। ਮਹਾਰਾਜਾ ਦਲੀਪ ਸਿੰਘ ਜੀ ਜਦੋਂ ਦੁਬਾਰਾ ਜਨਮ ਲੈਣਗੇ ਨਾ, ਗਊ ਤੇ ਸ਼ੇਰ ਜਿਹੜੀਆਂ ਚੀਜ਼ਾਂ ਕਦੇ ਇਕੱਠੀਆਂ ਨਹੀਂ ਹੁੰਦੀਆਂ, ਸ਼ੇਰ ਗਾਂ ਨੂੰ ਖਾ ਜਾਂਦਾ, ਇੱਕੋ ਘਾੜ ਤੋਂ ਪਾਣੀ ਪੀਣਗੇ, ਕੋਈ ਫਰਕ ਨਹੀਂ ਹੋਵੇਗਾ। ਤੇ ਬਹੁਤ ਸਾਲ, ਹਜ਼ਾਰਾਂ ਸਾਲ ਇਵੇਂ ਬੀਤ ਜਾਣਗੇ। ਭਾਵ ਕਿ ਗੁਰੂ ਮਹਾਰਾਜ ਜੀ ਕਹਿੰਦੇ ਵੀ ਖਾਲਸੇ ਦਾ ਰਾਜ ਲੰਮਾ ਚੱਲੇਗਾ। ਗੁਰੂ ਸਾਹਿਬ ਜੀ ਇਹ ਕਹਿੰਦੇ ਆ ਕਿ ਦਿੱਲੀ ਦੇ ਵਿੱਚ ਈਸ਼ਵਰ ਦੀ ਸ਼ਕਤੀ ਦੇ ਨਾਲ ਖਾਲਸੇ ਦਾ ਰਾਜ ਹੋਵੇਗਾ। ਭਾਵ ਕਿ ਗੁਰੂ ਸਾਹਿਬ ਜੀ ਰੱਬ ਨੂੰ, ਪਰਮਾਤਮਾ ਨੂੰ, ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਭਈ ਜੀਤ ਮੇਰੀ ਕਿਰਪਾ ਅਕਾਲ ਤੇਰੀ, ਇਸ ਤਰ੍ਹਾਂ ਦੇ ਬਚਨ ਵੀ ਮਹਾਰਾਜ ਕਰ ਰਹੇ ਆ। ਫਿਰ ਸਿੰਘਾਂ ਨੇ ਕਿਹਾ ਮਹਾਰਾਜ ਥੋੜ੍ਹਾ ਜਿਹਾ ਸਾਨੂੰ ਹੋਰ ਵੀ ਦੱਸੋ। ਗੁਰੂ ਸਾਹਿਬ ਜੀ ਕਹਿੰਦੇ ਕਛਕ ਕਹੀ ਬਹੁਤ ਰਹਿਤ ਗਈ, ਕਥਾ ਕਰਤਾਰ ਬਿਸਤਰੀ ਰਹੀ। ਉਹ ਮਹਾਨ ਸ਼ਕਤੀ ਦੀ ਕਥਾ ਮੈਂ ਥੋੜ੍ਹੀ ਜਿਹੀ ਕਹੀ ਆ। ਮਹਾਰਾਜ ਕਹਿੰਦੇ ਦੇਖੋ, ਬਾਕੀ ਕਥਾ ਜਦੋਂ ਹੋਊਗੀ ਨਾ, ਜਦੋਂ ਆਵੇਗੀ ਸ਼ਕਤੀ, ਕਲਾ ਵਰਤੂਗੀ ਰੱਬ ਦੀ, ਉਦੋਂ ਤੁਸੀਂ ਦੇਖੋਗੇ। ਫਿਰ ਜਦੋਂ ਆਵੇਗਾ ਖਾਲਸਾ ਰਾਜ ਹੋਵੇਗਾ ਮੁੜ ਖਾਲਸੇ ਦਾ, ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਭਾਵ ਕੀ। ਮਹਾਰਾਜ ਕਹਿੰਦੇ ਇੱਥੇ ਮੈਂ ਥੋੜ੍ਹੀ ਕਥਾ ਕਹੀ ਆ, ਕਿਉਂਕਿ ਆਪਾਂ ਪਹਿਲਾਂ ਜਿੰਨੀ ਮਰਜ਼ੀ ਚੀਜ਼ ਸੁਣੀ ਚੱਲੀਏ, ਇਸ ਤਰ੍ਹਾਂ ਵੀ ਹੁੰਦਾ ਵੀ ਆਪਾਂ ਨੂੰ ਯਕੀਨ ਨਹੀਂ ਹੁੰਦਾ ਵੀ ਆਪਾਂ ਹੁਣ ਤੁਸੀਂ ਕਹੋਗੇ ਇੱਦਾਂ ਨਹੀਂ ਹੋਣਾ, ਕੁਝ ਨਹੀਂ ਹੋ ਸਕਦਾ। ਜਿਹੜੀਆਂ ਚੀਜ਼ਾਂ ਜ਼ਿੰਦਗੀ 'ਚ ਸੋਚੀਆਂ ਨਹੀਂ ਹੁੰਦੀਆਂ ਉਹ ਹੋ ਜਾਂਦੀਆਂ, ਉਹਨੂੰ ਹੀ ਜ਼ਿੰਦਗੀ ਕਹਿੰਦੇ ਹੁੰਦੇ ਆ। ਲੋਕ ਤਾਂ ਇਸ ਤਰ੍ਹਾਂ ਕਹਿੰਦੇ ਆ, ਜੋ ਮਨ ਚਿੱਤ ਨ ਚੇਤੇ ਸਨ ਸੋ ਗਾਲੀ ਰੱਬ ਕੀਆਂ। ਤੇ ਬਾਣੀ ਕੀ ਕਹਿੰਦੀ ਆ? ਬਾਣੀ ਦੇ ਆਪਾਂ ਪਿੱਛੇ ਲੱਗਣਾ, ਆਪਣੇ ਮਨ ਦੇ ਪਿੱਛੇ ਨਹੀਂ ਲੱਗਣਾ। ਗੁਰੂ ਮਹਾਰਾਜ ਸਾਨੂੰ ਬਹੁਤ ਚੰਗੇ ਸਿਧਾਂਤ ਦੇ ਕੇ ਗਏ ਆ। ਤੇ ਗੁਰਮੁਖ ਪਿਆਰਿਓ, ਇਹ ਕਥਾ ਦੇ ਵਿੱਚ ਨਾਲ ਹੀ ਕਲਯੁੱਗ ਦਾ, ਕਲਕੀ ਅਵਤਾਰ ਦਾ ਵੀ ਜ਼ਿਕਰ ਆ ਵੀ ਇੱਕ ਕਲਕੀ ਅਵਤਾਰ ਹੋਊਗਾ। ਕਲਕੀ ਰੂਪ ਹਰੀ ਅਵਤਾਰਾ, ਉਹ ਹਰੀ ਦਾ ਰੂਪ ਹੋਵੇਗਾ, ਉਹ ਵੀ ਪ੍ਰਗਟ ਹੋਵੇਗਾ। ਕਲ ਬੀਤਾ ਹਾਇਨ ਸਦਦਾ, ਕਲਕੀ ਉਪਜ ਸਵਾਰੇ ਰਾ। ਤਾਂ ਕਲਯੁੱਗ ਦੇ ਵਿੱਚ ਐਸਾ ਸਮਾਂ ਆ ਜਾਵੇਗਾ ਜੋ ਦਿਸੇਗਾ ਭਲਾ, ਹੋਵੇਗਾ ਨਹੀਂ ਭਲਾ। ਜਿਹੜੇ ਲੋਕ ਆਪਾਂ ਨੂੰ ਚੰਗੇ ਲੱਗਣਗੇ, ਜਿਹੜੇ ਕਹਿਣਗੇ ਮੈਂ ਬਹੁਤ ਚੰਗਾ ਬਹੁਤ ਚੰਗਾ, ਤੇ ਉਹ ਹੋਣਗੇ ਨਹੀਂ ਚੰਗੇ। ਹੁਣ ਕੁਝ ਲੋਕਾਂ ਦੀਆਂ ਸਿਰਫ ਗੱਲਾਂ ਹੀ ਚੰਗੀਆਂ ਹੁੰਦੀਆਂ, ਉਹ ਆਪ ਤਾਂ ਚੰਗੇ ਹੁੰਦੇ ਹੀ ਨਹੀਂ। ਤਾਂ ਕਲਯੁੱਗ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਵੱਡੀ ਜੰਗ ਹੋਣੀ ਸ਼ੁਰੂ ਹੋ ਜਾਏਗੀ। ਇਸਤਰੀਆਂ ਦੇ ਘਰਾਂ ਵਿੱਚ ਨਿੱਕੀਆਂ ਨਿੱਕੀਆਂ ਲੜਾਈਆਂ, ਸੱਸ ਨਹੁੰ ਦੀਆਂ, ਤੇ ਮਰਦਾਂ ਦੇ ਬਾਹਰ ਕਲੇਸ਼ ਹੋਣਗੇ। ਮਾਂ ਤੇ ਪੁੱਤਰ ਦਾ ਰਿਸ਼ਤਾ ਇਹ ਜਿਹੜਾ ਹੈ ਉਹ ਵੀ ਪਾਕ ਪਵਿੱਤਰ ਨਹੀਂ ਰਹੇਗਾ। ਗੁਰਮੁਖ ਪਿਆਰਿਓ, ਪੁੱਤਰ ਤੇ ਮਾਂ, ਪਿਤਾ ਤੇ ਧੀ, ਇਹ ਸਾਰੇ ਰਿਸ਼ਤਿਆਂ ਨੂੰ ਕਲੰਕ ਲੱਗ ਜਾਵੇਗਾ। ਦੁਨੀਆ ਦੇ ਲੋਕ ਚਰਿੱਤਰੋਂ ਡਿੱਗ ਪੈਣਗੇ। ਇੰਨਾ ਹੀ ਨਹੀਂ ਗੁਰਮੁਖ ਪਿਆਰਿਓ, ਲੋਕ ਕਹਿਣਗੇ ਗੁਰੂ ਕੀ ਆ? ਕੁਝ ਵੀ ਨਹੀਂ। ਗੁਰੂ ਚੱਲ ਕੇ ਸਾਡੇ ਕੋਲ ਆਵੇ, ਚੇਲੇ ਸਾਜ਼ ਵਜਾਏਂਦੇ ਨੱਚਣ ਗੁਰੂ। ਚੇਲੇ ਜਿਹੜੇ ਸਾਜ਼ ਵਜਾਉਣਗੇ, ਗੁਰੂ ਨੂੰ ਕਹਿਣਗੇ ਸਾਡੇ ਮਗਰ ਲੱਗ, ਗੁਰੂ ਮਗਰ ਨਹੀਂ ਅਸੀਂ ਚੱਲਣਾ। ਅੱਜ ਦੇ ਲੋਕ ਐਵੇਂ ਕਰਦੇ ਆ। ਇਹ ਕਲਯੁੱਗ ਦੀਆਂ ਨਿਸ਼ਾਨੀਆਂ ਹਨ। ਜਿਹੜੀ ਇਸਤਰੀ ਬੱਚੇ ਨੂੰ ਜਨਮ ਦੇਵੇਗੀ, ਪੁੱਤਰ ਨੂੰ ਜਨਮ ਦੇਵੇਗੀ, ਉਹਦਾ ਸਤਿਕਾਰ ਕੀਤਾ ਜਾਵੇਗਾ। ਜਿਹੜੀ ਧੀ ਨੂੰ ਜਨਮ ਦੇਵੇਗੀ ਉਹਦਾ ਕੋਈ ਸਤਿਕਾਰ ਨਹੀਂ ਕਰੇਗਾ। ਉਹਨੂੰ ਕਹਿਣਗੇ ਲੈ ਇਹ ਪੱਥਰ ਆ ਗਿਆ,
ਤੇ ਅੱਜ ਆਪਾਂ ਲੋਕਾਂ ਦੀ ਗੱਲ ਕਰੀਏ, ਲੋਕਾਂ ਦੇ ਮੂੰਹ ਬਣ ਜਾਂਦੇ ਆ ਜੇ ਘਰ ਵਿੱਚ ਬੱਚੀ ਦਾ ਜਨਮ ਹੋ ਜੇ ਤੇ ਗੁਰੂ ਸਾਹਿਬ ਜੀ ਨੂੰ ਕਹਿੰਦੇ ਆ ਵੀ ਸਾਡੇ ਅਨੁਸਾਰ ਮਰਿਆਦਾ ਬਣਾਓ। ਭੋਗ ਜਿਹੜਾ ਆਪਾਂ ਪੈਂਦੇ ਆ ਸਾਰਾ ਕੁਝ ਆਪਾਂ ਜਾਣਦੇ ਆ। ਸਹਿਜ ਪਾਠ ਦੀ ਮਰਿਆਦਾ, ਕਿਸੇ ਦੇ ਅੰਤਮ ਸੰਸਕਾਰ ਤੋਂ 10ਵੇਂ ਦਿਨ ਭੋਗ ਪਾਇਆ ਜਾਣਾ ਚਾਹੀਦਾ। ਲੋਕ ਜਿਹੜੇ ਆ ਆਪਦੇ ਹਿਸਾਬ ਨਾਲ ਦਿਨ ਵਧਾ ਲੈਂਦੇ ਆ, ਘਟਾ ਲੈਂਦੇ ਆ ਤੇ ਫੁੱਲ ਨਹੀਂ ਚੁਗਣੇ ਚਾਹੀਦੇ, ਅੰਗੀਠਾ ਸੰਭਾਲਣਾ ਚਾਹੀਦਾ। ਲੋਕ ਫੁੱਲ ਚੁਗਦੇ ਆ ਤਾਂ ਆਪਣੀ ਹੀ ਮਰਿਆਦਾ ਬਣ ਜਾਵੇਗੀ ਜੀ। ਸਭ ਕੁਝ ਜਦੋਂ ਆਪਣਾ ਹੋ ਜਾਵੇਗਾ ਤੇ ਬਹੁਤ ਘੜਾ ਪਾਪਾਂ ਦਾ ਭਰ ਜਾਵੇਗਾ। ਉਦੋਂ ਕਲਕੀ ਅਵਤਾਰ ਵੀ ਪ੍ਰਗਟ ਹੋਵੇਗਾ। ਮਹਾਰਾਜ ਨੇ ਇਹਦਾ ਵੀ ਜ਼ਿਕਰ ਕੀਤਾ ਹੈ ਜੀ। ਇਹ ਜਿਹੜਾ ਕਲਯੁਗ ਆ ਇਹਦੇ ਵਿੱਚ ਨਾਮ ਦਾ ਬੀਜ ਹੀ ਬੀਜਿਆ ਫਲੇਗਾ। ਹੋਰ ਕੋਈ ਮੰਤਰ ਤੰਤਰ ਕਰਕੇ ਦੇਖ ਲਓ, ਸਭ ਬਿਰਥੇ ਆ, ਫੋਕੇ ਆ, ਕਰਮ ਕਾਂਡ ਆ। ਗੁਰਮੁਖ ਪਿਆਰਿਓ, ਸਾਖੀ ਵੀ ਆਉਂਦੀ ਹੈ ਇਹਦੇ ਵਿੱਚ। 100 ਸਾਖੀ ਵਿੱਚ ਗੁਰੂ ਮਹਾਰਾਜ ਨੇ ਕੋਈ 500 ਸਿੰਘ ਇੱਕ ਕਤਾਰ ਵਿੱਚ ਖੜੇ ਕੀਤੇ। ਉਹਨਾਂ ਨੂੰ ਹੁਕਮ ਕੀਤਾ ਸੀ, ਤੁਸੀਂ ਆਨੰਦਪੁਰ ਸਾਹਿਬ ਤੋਂ 2 ਮੀਲ ਦੀ ਵਿੱਥ ਤੇ ਫਲਾਣੇ ਜੰਗਲ 'ਚ ਜਾਓ, ਨਾਮ ਦਾ ਅਭਿਆਸ ਕਰੋ, 8 ਪਹਿਰਾਂ ਪਿੱਛੋਂ ਲੰਗਰਾਂ ਵਿੱਚ ਆ ਕੇ ਪ੍ਰਸ਼ਾਦਾ ਛਕ ਜਿਆ ਕਰੋ। 1 ਹਫ਼ਤਾ ਬੀਤ ਗਿਆ। ਸਤਿਗੁਰੂ ਮਹਾਰਾਜ ਨੇ ਉਹਨਾਂ ਦੇ ਜਦੋਂ ਚਿਹਰੇ ਵੱਲ ਤੱਕਿਆ, ਪਤਾ ਨਹੀਂ ਕੀ ਬਖਸ਼ਿਸ਼ ਕੀਤੀ ਉਹਨਾਂ ਨੂੰ। ਜਾਂਦੀ ਵੇਰਾਂ ਹੁਕਮ ਦਿੱਤਾ, ਆਪ ਨੇ ਨਹੀਂ ਆਉਣਾ, ਪ੍ਰਸ਼ਾਦ ਆਪ ਉਹਨਾਂ ਨੂੰ ਜੰਗਲ ਵਿੱਚ ਮਿਲ ਜਾਇਆ ਕਰੇਗਾ। 1 ਮਹੀਨਾ ਨਾਮ ਦਾ ਅਭਿਆਸ ਚੱਲਦਾ ਰਿਹਾ। ਇੱਕ ਦਿਨ ਮਹਾਰਾਜ ਆਪ ਗਏ ਉਹਨਾਂ ਦੇ ਦੀਦਾਰੇ ਕਰਨ। ਪੁੱਛਿਆ ਉਹਨਾਂ ਨੂੰ, ਕਹਿਣ ਲੱਗੇ, ਸੱਚੇ ਪਾਤਸ਼ਾਹ, ਨਾ ਤਾਂ ਹੁਣ ਊਂਗਾ ਤੇ ਨਾ ਭੁੱਖਾ। ਇਹ ਨਾਮ ਦੇ ਅਭਿਆਸ ਵਿੱਚ ਬਹੁਤ ਕਲਾ ਵਰਤਦੀ ਆ। ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੁੱਲਾ। ਹੁਣ ਤਾਂ ਭਾਈ ਇਹ ਜਿਹਨੇ ਆਨੰਦ ਮਾਣਿਆ ਉਹੀ ਜਾਣਦਾ। ਕੀਮਤ ਕਹੀ ਨਾ ਜਾਈਏ ਕਹੋ ਕਹਿ ਮੁਖ ਬੋਲਾ। ਤਾਂ ਇਹਦੀ ਕੀਮਤ ਨਹੀਂ ਕਹੀ ਜਾ ਸਕਦੀ। ਬੜੀ ਕਿਰਪਾ ਹੋ ਗਈ ਸੀ ਉਹਨਾਂ ਸਿੰਘਾਂ ਤੇ। ਤਾਂ ਇਦਾਂ ਮੇਰੇ ਕਹਿਣ ਦਾ ਭਾਵ ਵੀ ਨਾਮ ਦਾ ਬੀਜ ਇਹਦੇ ਵਿੱਚ ਵਧੇਗਾ। ਕਲਕੀ ਅਵਤਾਰ ਹੋਵੇਗਾ। ਸਮੇਂ ਦੇ ਹਿਸਾਬ ਨਾਲ ਅਵਤਾਰ ਜੁਗਾਂ ਵਿੱਚ ਹੋਏ ਨੇ, ਸਾਰੇ ਹੀ ਹੋਣਗੇ ਜੀ। ਤੇ ਮਹਾਰਾਜ ਨੇ ਉਹਨਾਂ 500 ਸਿੰਘਾਂ ਨੂੰ ਕਿਹਾ ਸੀ, ਤੁਸੀਂ ਗੁਰਮੁਖਾਂ ਵਾਲੀ ਪਦਵੀ ਪਾਈ ਆ, ਸਦਾ ਹੀ ਜੀਵਤ ਰਹੋ। ਤਾਂ ਇਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਹਨ, ਉਹਨਾਂ ਨੇ ਸਿੰਘਾਂ ਨੂੰ ਆਉਣ ਵਾਲੇ ਸਮੇਂ ਦਾ ਹਾਲ ਜਿੱਥੇ ਦੱਸਿਆ, ਖਾਲਸਾ ਰਾਜ ਆ ਕੇ ਹੀ ਰਹੇਗਾ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ, ਇੱਕ ਸਾਧ ਬਚਨ ਅਟਲਾਦਾ, ਜੋ ਕਹਿਤਾ ਪੱਥਰ ਤੇ ਲੀਕ ਆ। ਤੇ ਮੈਂ ਇਹ ਮੰਨਦਾ ਹਾਂ, ਮੇਰੇ ਆਪਣੇ ਖਿਆਲ ਆ ਵੀ ਪੱਥਰ ਤੇ ਲਿਖਿਆ ਮਿਟ ਸਕਦਾ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕਹਿਤਾ ਉਹ ਨਹੀਂ ਮਿਟ ਸਕਦਾ ਜੀ। ਤੇ ਮਹਾਰਾਜਾ ਦਲੀਪ ਸਿੰਘ ਹੀ ਦੁਬਾਰਾ ਦਲੀਪ ਬਣ ਕੇ, ਨਾਮ ਉਹਨਾਂ ਦਾ ਕੋਈ ਹੋਰ ਹੋ ਸਕਦਾ, ਪਰ ਉਹੀ ਆਉਣਗੇ, ਕਿਉਂਕਿ ਉਹਨਾਂ ਨੂੰ ਲੈ ਕੇ ਭਵਿੱਖਬਾਣੀਆਂ ਹੋਈਆਂ ਸੀ ਕਿ ਉਹਨਾਂ ਦਾ ਰਾਜ ਆਉਣਾ। ਤੇ ਰਾਜ ਜਦੋਂ ਆਵੇਗਾ, ਮੈਂ ਕਹਿ ਰਿਹਾ ਵੀ ਮੁਸਲਮਾਨ ਹਿੰਦੂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ। ਖਾਲਸੇ ਦਾ ਰਾਜ ਬਿਲਕੁਲ। ਮਹਾਰਾਜਾ ਰਣਜੀਤ ਸਿੰਘ ਜੀ ਜਿਵੇਂ ਮਸੀਤਾਂ ਬਣਵਾਉਂਦੇ ਸੀ ਨਾ, ਤੇ ਮਹਾਰਾਜਾ ਰਣਜੀਤ ਸਿੰਘ ਜੀ ਕੁਰਾਨ ਸ਼ਰੀਫ, ਇੱਕ ਮੁਸਲਮਾਨ ਰੋ ਰਿਹਾ ਸੀਗਾ ਜਿਹੜਾ ਵੀ ਕਾਸ਼ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ। ਤੇ ਮਹਾਰਾਜਾ ਜੀ ਨੂੰ ਪਤਾ ਲੱਗਾ ਵੀ ਇੱਕ ਮੁਸਲਮਾਨ ਰੋ ਰਿਹਾ। ਉਹਨਾਂ ਨੇ ਬੁਲਾਇਆ ਵੀ ਰੋਣਾ ਕਿਉਂ ਆ? ਕਹਿੰਦੇ ਜੇ ਦੇਸ਼ ਦਾ ਰਾਜਾ ਮੁਸਲਮਾਨ ਹੁੰਦਾ ਫਿਰ ਕੀ ਹੁੰਦਾ? ਕਹਿੰਦੇ ਜੀ ਫਿਰ ਉਹ ਕੁਰਾਨ ਸ਼ਰੀਫ ਦੇ ਮੈਂ ਜਿਹੜੀ ਆਪਣੇ ਹੱਥ ਨਾਲ ਲਿਖੀ ਆ, ਉਹਦੇ ਅਰਥ ਕੀਤੇ ਆ, ਤਰਜਮਾ ਕੀਤਾ, ਸਾਰੀਆਂ ਮਸੀਤਾਂ ਵਿੱਚ ਵੰਡਣ ਵਿੱਚ ਮੇਰੀ ਮਦਦ ਕਰਦਾ। ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀ, ਲਿਆਓ ਆਪਣੀ ਕੁਰਾਨ ਸ਼ਰੀਫ ਮੈਨੂੰ ਦਿਓ, 2 ਮਹੀਨੇ ਦੀ ਮੋਹਲਤ ਦਿਓ, ਮੈਨੂੰ ਸਮਾਂ ਦਿਓ, ਮੈਨੂੰ ਮੈਂ ਵੀ ਇਹ ਸਾਰੇ ਹੀ ਮਸੀਤਾਂ ਵਿੱਚ ਤੁਹਾਡਾ ਕੀਤਾ ਤਰਜਮਾ, ਅਰਥ ਜਿਹੜੇ ਕੁਰਾਨ ਦੇ ਕੀਤੇ ਪਹੁੰਚਾ ਦਿਆਂਗਾ। ਇਹ ਐਸਾ ਰਾਜ ਹੋਵੇਗਾ, ਇਹਦੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ। ਜਦੋਂ ਮਹਾਰਾਜ ਨੇ ਕਹਿਤਾ ਵੀ ਗਾਂ ਤੇ ਸ਼ੇਰ ਇਕੱਠੇ ਰਹਿਣਗੇ। ਗੁਰਮੁਖ ਪਿਆਰਿਓ, ਤਾਂ ਇਹ ਅਰਦਾਸ ਕਰੋ, ਇਹਦੇ ਵਿੱਚ ਕੋਈ ਜੱਕ ਵਾਲੀ ਕੋਈ ਸੰਗ ਵਾਲੀ ਗੱਲ ਨਹੀਂ। ਅਰਦਾਸ ਵਿੱਚ ਰੋਜ਼ ਕੀ ਪੜ੍ਹਦੇ ਆ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੱਚ ਹੋਣਗੇ ਇੱਕ ਦਿਨ, ਇਹਨੂੰ ਕੋਈ ਟਾਲ ਨਹੀਂ ਸਕਦਾ। ਜਿਹੜੀਆਂ ਇੰਨੀਆਂ ਸੰਗਤਾਂ ਰਲ ਕੇ ਪੜ੍ਹਦੀਆਂ ਹੋਣ ਨਾ, ਮੇਰੀ ਗੱਲ ਯਾਦ ਰੱਖਿਓ, ਰਾਜ ਕਰੇਗਾ ਖਾਲਸਾ। ਤੇ ਉਹਦੇ ਵਿੱਚ ਬੰਦਗੀ ਵਾਲੇ ਵੀ ਹੁੰਦੇ ਆ, ਉਹਨਾਂ ਦੀ ਬੰਦਗੀ ਵਾਲਿਆਂ ਦੀ ਰਸਨਾ ਤੇ ਕੀ ਹੁੰਦਾ, ਵਾਹਿਗੁਰੂ ਪਰਮੇਸ਼ਰ ਦਾ ਨਾਮ। ਤੇ ਜਿਹੜੇ ਬੰਦਗੀ ਵਾਲੇ ਜਦੋਂ ਰਲ ਕੇ ਕਹਿੰਦੇ ਆ ਰਾਜ ਕਰੇਗਾ ਖਾਲਸਾ, ਕਿਵੇਂ ਨਹੀਂ ਹੋਵੇਗਾ ਜੀ।
ਮੈਂ ਕਹਿ ਰਿਹਾ ਨੀਚ ਤੋਂ ਨੀਚ ਬੰਦੇ ਰਾਜ ਕਰ ਗਏ, ਨੀਚ ਤੋਂ ਨੀਚ ਬੰਦੇ ਰਾਜ ਕਰ ਗਏ, ਜਿਨ੍ਹਾਂ ਦਾ ਆਪਣਾ ਗ੍ਰੰਥ ਹੈ, ਆਪਣਾ ਪੰਥ ਹੈ, ਜਿਨ੍ਹਾਂ ਕੋਲ ਆਪਣਾ ਸਭ ਕੁਝ ਗੁਰੂ ਦਾ ਦਿੱਤੇ ਹੋਏ 5 ਕੱਕੇ ਕਕਾਰ ਹਨ, ਗੁਰੂ ਦੀ ਬਾਣੀ ਆ ਤੇ ਗੁਰੂ ਦੀ ਓਟ ਆ, ਕਿਵੇਂ ਨਾ ਰਾਜ ਕਰਨਗੇ। ਥੋੜਾ ਦਿਮਾਗ ਨਾਲ ਸੋਚੋ, ਹੁੰਦਾ ਨਾ ਵੀ ਚੰਗਾ ਸੋਚੋ। ਤਾਂ ਮਹਾਰਾਜ ਜੀ ਦਾ ਇਹ ਬਚਨ ਇੱਕ ਦਿਨ ਜ਼ਰੂਰ ਸੱਚਾ ਹੋਵੇਗਾ। ਆਪਾਂ ਰਹੀਏ ਚਾਹੇ ਨਾ ਰਹੀਏ, ਪਰ ਮਹਾਰਾਜ ਦੇ ਬਚਨ ਜ਼ਰੂਰ ਰਹਿਣਗੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਤੇ ਗੁਰੂ ਗੋਬਿੰਦ ਸਿੰਘ ਜੀ ਸਦਾ ਅੰਗ ਸੰਗੇ ਭੰਗੰਗ ਵਿਭੂਤੇ ਸਾਡੇ ਨਾਲ ਹੀ ਆ, ਕਿੱਧਰੇ ਨਹੀਂ ਗਏ। ਅਸਲ ਖਾਲਸੇ ਰਾਜ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਵਾਲੀ। ਸਾਰਿਆਂ ਦੇ ਹੱਕ ਜਿਹੜੇ ਉਹਨਾਂ ਨੂੰ ਦਿੱਤੇ ਜਾਣਗੇ। ਅੱਜ ਵਾਂਗ ਨਹੀਂ, ਉਲਟੀ ਵਾੜ ਖੇਤ ਕੋ ਖਾਈ, ਕਿ ਕਿਸਾਨ ਜਿਹੜੇ ਆ ਮਰ ਰਹੇ ਆ, ਉੱਥੇ ਜਾ ਕੇ ਮੋਰਚੇ ਤੇ ਉਹਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ। ਬੰਦੀ ਸਿੰਘ ਜਿਹੜੇ ਆ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ, ਲੰਮਾ ਸਮਾਂ ਹੋ ਗਿਆ, ਰਿਹਾ ਨਹੀਂ ਕਰਦੇ। ਇਹ ਨਹੀਂ ਹੋਵੇਗਾ। ਮਹਾਰਾਜਾ ਜੀ ਦੇ ਸਮੇਂ ਤਾਂ, ਰਣਜੀਤ ਸਿੰਘ ਜੀ ਦੇ ਸਮੇਂ ਤਾਂ ਕੋਈ ਜੇਲ੍ਹ ਵੀ ਨਹੀਂ ਸੀ ਭਾਈ। ਤਾਂ ਐਸਾ ਰਾਜ ਆ ਕੇ ਰਹੇਗਾ। ਉਹ ਗੁਰੂ ਦੇ ਬਚਨਾਂ, ਸੰਗਤਾਂ ਦੀਆਂ ਅਰਦਾਸਾਂ, ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿ ਰਿਹਾ, ਗੁਰੂ ਦੀ ਅਰਦਾਸ ਜਿਹੜੀ ਆ, ਗੁਰੂ ਅੱਗੇ ਕੀਤੀ ਅਰਦਾਸ ਜਿਹੜੀ ਆ, ਸੰਗਤ ਦੀ ਅਰਦਾਸ ਜਿਹੜੀ ਆ, ਬਿਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ ਜ਼ਰੂਰ ਪੂਰੀ ਹੋਵੇਗੀ। ਸਾਰਿਆਂ ਦੇ ਸਿਰ ਤੇ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ ਜੀ। ਤੇ ਆਓ ਭਾਈ ਆਪਾਂ ਵੀ ਗੁਰੂ ਦੇ ਦੱਸੇ ਸਿਧਾਂਤਾਂ ਤੇ ਚੱਲੀਏ, ਕਿ ਸਦਾੜੇ ਪ੍ਰਕਾਸ਼ ਕਰੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ। ਬਾਣੀ ਬਾਣੇ ਦੇ ਧਾਰਨੀ ਹੋ ਕੇ ਇਹ ਦੁਨੀਆ ਤੋਂ ਜਾਣਾ ਤਾਂ ਸਭ ਨਹੀਂ ਆ, ਮਰਨਾ ਸਭ ਨਹੀਂ ਆ, ਪਰ ਗੁਰੂ ਵਾਲੇ ਹੋ ਕੇ ਮਰੀਏ ਤੇ ਚੱਜ ਨਾਲ ਮਰਾਂਗੇ। ਇਹੀ ਬੇਨਤੀਆਂ ਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ। 100 ਸਾਖੀ ਦੇ ਵਿੱਚੋਂ ਵਿਚਾਰ ਕਰਦੇ ਆ, ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਮਹਾਰਾਜ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।